ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਿਸਾਨਾਂ ਦੇ ਅੰਦੋਲਨ ਤੋਂ ਕਰਾਂਗੇ, ਕਿਉਂਕਿ 1 ਸਾਲ ਦਾ ਸਮਾਂ ਹੋ ਗਿਆ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ। ਪਟਿਆਲਾ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਰੌਲਾ ਪੈ ਗਿਆ। ਹੋਰ ਵੀ ਬਹੁਤ ਸਾਰੀਆਂ ਖਬਰਾਂ, ਪਰ ਪੰਨੂ ਸਾਹਿਬ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਪੰਨੂ ਸਾਹਿਬ, ਕਿਸਾਨਾਂ ਨੂੰ 1 ਸਾਲ ਦਾ ਸਮਾਂ ਹੋ ਗਿਆ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ। ਦਿਨ ਤਿਉਹਾਰ ਕੁਝ ਵੀ ਨਹੀਂ ਦੇਖਿਆ ਗਿਆ, ਡਟੇ ਰਹੇ। ਕਿਵੇਂ ਦੇਖਦੇ ਆ 1 ਸਾਲ ਨੂੰ? ਬਹੁਤ ਸਾਰੇ ਉਤਰਾਅ ਚੜ੍ਹਾਅ ਵੀ ਆਏ। ਨਵਜੀਤ ਜੀ, ਮੈਂ ਸਾਰੇ ਸਾਲ ਦੇ ਵਿੱਚ ਸਿਰਫ ਇੱਕ ਵਾਰ ਸਿੰਘੂ ਬਾਰਡਰ ਤੇ ਗਿਆ। ਹਮ, ਇੱਥੇ ਬੈਠਾ ਮੈਂ ਲਗਾਤਾਰ ਉੱਥੋਂ ਦੇ ਹਾਲਾਤ ਦੇ ਸੰਪਰਕ ਵਿੱਚ ਰਿਹਾ। ਸਾਡੀਆਂ ਟੀਮਾਂ ਵੀ ਜਾਂਦੀਆਂ ਰਹੀਆਂ, ਜੀ ਉਹਨਾਂ ਵਿੱਚੋਂ ਵੀ ਕੁਝ ਲੋਕ ਆਉਂਦੇ ਰਹੇ, ਉਹਨਾਂ ਦੀ ਲੀਡਰਸ਼ਿਪ ਨਾਲ ਵੀ ਗਾਏ ਬਗਾਏ ਗੱਲ ਹੁੰਦੀ ਰਹੀ। ਜੀ ਤੇ ਜਿਨ੍ਹਾਂ ਨਾਲ ਮੱਥਾ ਲੱਗਾ, ਸਰਕਾਰ ਨਾਲ, ਉਹਦੇ ਮੰਤਰੀਆਂ ਨਾਲ ਤੇ ਅਫਸਰਾਂ ਨਾਲ ਵੀ ਪੱਤਰਕਾਰੀ ਪੱਖ ਤੋਂ ਕਦੇ ਕਦੇ ਗੱਲ ਹੁੰਦੀ ਰਹੀ। ਹਮ, ਇਹਨਾਂ ਸਾਰੇ ਹਾਲਾਤ ਦੇ ਵਿੱਚ ਜਿਸ ਤਰ੍ਹਾਂ ਕਿਸਾਨ ਸਿਰੜ ਨਾਲ ਉੱਥੇ ਡਟੇ ਆ, ਮੈਂ ਜਦੋਂ ਇੱਕ ਵਾਰ ਵਿੱਚ ਦੀ ਲੰਘਿਆ ਤੇ ਮੈਂ ਵੇਖ ਕੇ ਹੈਰਾਨ ਆ ਕਿ 2 ਤੰਬੂ ਪੰਜਾਬੀਆਂ ਦੇ ਆਉਂਦੇ, ਇੱਕ ਦੁਆਬੇ ਦਾ, ਹੁਸ਼ਿਆਰਪੁਰ ਜ਼ਿਲ੍ਹੇ ਦਾ, ਦੂਜਾ ਮਾਲਵੇ ਦਾ, ਮਾਨਸੇ ਜ਼ਿਲ੍ਹੇ ਦਾ, ਤੀਸਰਾ ਅਗਲੇ ਪਾਸੇ ਹਿੰਦੀ 'ਚ ਬੋਰਡ ਲੱਗਾ ਤੇ ਉਹ ਹਰਿਆਣੇ ਦੇ ਜੀਂਦ ਜ਼ਿਲ੍ਹੇ ਦਾ, ਤੇ ਚੌਥਾ ਸਾਡੇ ਇੱਥੋਂ ਲੁਧਿਆਣੇ ਲਾਗਿਓਂ ਪਾਇਲ ਇਲਾਕੇ ਦੇ ਨੌਜਵਾਨਾਂ ਦਾ। ਉਹਨਾਂ ਤੋਂ ਅਗਲੇ ਪਾਸੇ ਫਿਰ ਜਮਨਾ ਨਗਰ ਦਾ ਆ ਜਾਂਦਾ, ਅੰਬਾਲੇ ਦਾ ਆ ਜਾਂਦਾ। ਹਮ, ਉਹਨਾਂ ਦੇ ਅਗਲੇ ਪਾਸੇ ਨਾਲ ਹੀ ਇੱਕ ਬਾਗਪਤ ਵਾਲਿਆਂ ਦਾ ਆ ਜਾਂਦਾ। ਹਾਲਾਂਕਿ ਬਾਗਪਤ ਬਹੁਤੀ ਦੂਰ ਨਹੀਂ, ਉੱਥੋਂ ਰੋਜ਼ ਵੀ ਆ ਸਕਦੇ ਆ, ਉਹ ਵੀ ਆਪਣਾ ਤੰਬੂ ਲਾਈ ਬੈਠੇ ਆ। ਇਹ ਪੰਜਾਬ, ਹਰਿਆਣਾ, ਯੂਪੀ, ਇਹਨਾਂ ਦੇ ਕਿਸਾਨ, ਸਿੱਖ, ਹਿੰਦੂ, ਮੁਸਲਮਾਨ ਵੀ, ਇਹ ਸਾਰੇ ਲੋਕ ਉੱਥੇ ਜਿਸ ਤਰ੍ਹਾਂ ਭਰਾ ਭਰਾ ਬਣ ਕੇ ਰਹੇ ਆ। ਜੀ ਇਕੱਠਾ ਲੰਗਰ ਪੱਕਦਾ, ਇਕੱਠਾ ਖਾਂਦੇ ਨੇ। ਮੈਨੂੰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਕਿੰਨੇ ਸਿਰੜ ਨਾਲ ਕਿਹੜੇ ਕਿਹੜੇ ਹਾਲਾਤ ਵਿੱਚ ਹੋ ਰਹੇ ਆ, ਉਹ ਇੱਥੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ। ਜਿਹੜਾ ਬੰਦਾ ਜਾਂਦਾ, ਇਹ ਉਹਨੂੰ ਪਤਾ ਹੁੰਦਾ। ਜੀ ਭਲਵਾਨ 2 ਘੁਲਦੇ ਹੋਣ, ਸਾਰਾ ਜ਼ੋਰ ਉਹਨਾਂ ਦਾ ਲੱਗਾ ਪਿਆ ਹੁੰਦਾ। ਜਿਹੜੇ ਪਾਸੇ ਵਾਲੇ, ਉਹ ਕਹੀ ਜਾਂਦਾ ਲੱਤਾਂ ਦੇ ਥੱਲੋਂ ਦੀ ਬਾਂਹ ਪਾ ਕੇ ਇਹਨੂੰ ਚੁੱਕ ਕੇ ਬਰੋੜਾ ਦੇ ਕੇ ਸੁੱਟ ਦੇ। ਉਹਨਾਂ ਦਾ ਗੱਲਾਂ ਕਰਦਿਆਂ ਦੇ ਸਾਰਾ ਜ਼ੋਰ ਲੱਗ ਜਾਂਦਾ। ਸਾਡਾ ਤਾਂ ਮੁਆਫ ਕਰਨਾ, ਇੱਥੇ ਗੱਲਾਂ ਕਰਦਿਆਂ ਦੇ ਜ਼ੋਰ ਲੱਗਦਾ ਸੀ। ਜਿਹੜੇ ਹਾਲਾਤ ਨੂੰ ਭੁਗਤਿਆ, ਉਹਨਾਂ ਭੁਗਤਿਆ। ਜੋ ਕੁਝ ਔਖਾ ਸੌਖਾ ਮੌਸਮ ਦੀ ਮਾਰ ਨੂੰ ਹੰਢਾਇਆ, ਉਹਨਾਂ ਨੇ ਹੰਢਾਇਆ। ਔਰ ਜਿਸ ਤਰ੍ਹਾਂ ਭਾਈਚਾਰਾ ਉਹਨਾਂ ਨੇ ਆਪੋ 'ਚ ਰੱਖਿਆ, ਉਹ ਵੀ ਆਪਣੇ ਆਪ 'ਚ ਵਿਲੱਖਣ ਮਿਸਾਲ ਹੈ। ਤੇ ਨਾਲ ਦੇ ਪਿੰਡਾਂ ਦੇ ਲੋਕ ਜਿਹੜੇ ਆ, ਉਹਨਾਂ ਨਾਲ ਜਿਸ ਤਰ੍ਹਾਂ ਠਰੱਮੇ ਨਾਲੇ ਵਰਤੇ ਤੇ ਜਿਵੇਂ ਉਹਨਾਂ ਨੇ ਸਾਥ ਦਿੱਤਾ, ਮੈਂ ਹੈਰਾਨ ਹੈ ਕਿ ਸ਼ਹਿਰੀ ਮੱਧ ਵਰਗ ਦੇ ਲੋਕ ਵੀ ਉਹਨਾਂ ਦਾ ਸਾਥ ਦਿੰਦੇ ਰਹੇ। ਮੈਨੂੰ ਉੱਥੇ ਗਏ ਨੂੰ ਇੱਕ ਥਾਂ ਤੇ ਖੜਿਆ ਪਛਾਣ ਕੇ ਕੁਝ ਨੌਜਵਾਨ ਆ ਗਏ, ਪੰਜਾਬੀ ਕਿਸਾਨ ਸੀਗੇ। ਉਹਨਾਂ ਨਾਲ ਵੀ ਗੱਲਾਂ ਕਰਨ ਦਾ ਮੌਕਾ ਮਿਲਿਆ। ਫਿਰ ਉਹਨਾਂ ਦੀ ਵੇਖੋ ਵੇਖੀ ਹਰਿਆਣੇ ਵਾਲਿਆਂ ਨਾਲ ਵੀ। ਜੀ ਫਿਰ ਮੈਨੂੰ ਇੱਕ ਹੋਰ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਕਿ ਉੱਥੇ ਨਾਲ ਦੇ ਪਿੰਡਾਂ 'ਚੋਂ ਜਿਨ੍ਹਾਂ ਵਿੱਚ ਦੀ ਰਸਤੇ ਲੰਘਦੇ ਆ, ਉਹਨਾਂ 'ਚੋਂ ਕੁਝ ਲੋਕ ਥੋੜ੍ਹੇ ਬਹੁਤ ਔਖ ਮਹਿਸੂਸ ਕਰਦੇ ਸੀ, ਆਮ ਲੋਕ ਨਹੀਂ। ਉਹਨਾਂ 'ਚੋਂ ਇੱਕ ਬੰਦਾ ਰੋਜ਼ ਹੀ ਆਉਂਦੇ ਜਾਂਦੇ ਕਿਸਾਨਾਂ ਨੂੰ ਵੇਖ ਕੇ ਪੁੱਠਾ ਸਿੱਧਾ ਬੋਲਦਾ ਸੀ। ਇੱਕ ਦਿਨ ਉਹਦੀ ਧੀ ਨੇ ਟੈਸਟ ਦੇਣ ਜਾਣਾ ਸੀ, ਉੱਧਰੋਂ ਕੋਈ ਪ੍ਰੋਬਲਮ ਆ ਗਈ, ਅਗਲੇ ਪਾਸੇ ਰਸਤੇ ਵੀ ਬੰਦ। ਕਿਸਾਨਾਂ ਨੂੰ ਪਤਾ ਲੱਗਾ, ਇੱਕ ਕਿਸਾਨ ਗਿਆ, ਉਹਨਾਂ ਨੇ ਨਾਲ ਟਰੈਕਟਰ ਲੈ ਕੇ ਗਏ, ਖੇਤਾਂ ਵਿੱਚ ਦੀ ਟਰੈਕਟਰ ਘੁਮਾ ਘੁਮਾ ਕੇ ਜਾ ਕੇ ਰਸਤਾ ਵੀ ਬਣਾਇਆ, ਉਹਦੀ ਧੀ ਨੂੰ ਖੇਤਾਂ ਦੇ ਵਿੱਚ ਦੀ ਚੜ੍ਹਾ ਕੇ ਤੇ ਦਿੱਲੀ ਦੇ ਅੰਦਰ ਤੱਕ ਲੈ ਕੇ ਗਏ ਤੇ ਉਹਦਾ ਟੈਸਟ ਦਵਾ ਕੇ ਲਿਆਏ। ਤੇ ਅਗਲੇ ਦਿਨ ਉਹ ਕਿਸਾਨਾਂ ਦੇ ਕੈਂਪ 'ਚ ਆ ਕੇ ਨਾਲੇ ਰੋਇਆ, ਨਾਲੇ ਉਹਨੇ ਮਾਫੀ ਮੰਗੀ ਕਿ ਮੈਨੂੰ ਪਤਾ ਹੀ ਨਹੀਂ ਸੀ ਕਿਸਾਨ ਐਡੇ ਮਤਲਬ ਮੋਹ ਵਾਲੇ ਵੀ ਹੁੰਦੇ ਆ, ਤੇ ਕਿਸੇ ਦੀ ਧੀ ਭੈਣ ਦੀ ਖਾਤਰ ਇੱਥੋਂ ਤੱਕ ਵੀ ਜਾ ਸਕਦੇ ਆ। ਜੀ ਤੇ ਹੁਣ ਉਹ ਬੰਦਾ ਰੋਜ਼ ਉੱਥੇ ਆ ਕੇ ਕੈਂਪ 'ਚ ਕਿਸਾਨਾਂ ਕੋਲ ਬੈਠਦਾ। ਇਹ ਇੱਕ ਪੱਖ। ਦੂਸਰਾ ਇਹ ਹੈ ਕਿ ਸਰਕਾਰ ਨੇ ਸਾਰੇ ਦੌਰ ਦੇ ਦੌਰਾਨ ਜਿੰਨੀ ਕਿਸਮ ਦੀਆਂ ਸਾਜ਼ਿਸ਼ਾਂ ਕੀਤੀਆਂ ਵੀ ਸਾਰਿਆਂ ਨੂੰ ਪਤਾ। ਸਰਕਾਰ ਦੇ ਨਾਲ ਫੋਟੋ ਖਿਚਾਉਣ ਵਾਲਿਆਂ ਨੇ, ਲੁੱਕ ਲੁੱਕ ਗੱਲਾਂ ਕਰਨ ਵਾਲਿਆਂ ਨੇ ਆ ਕੇ ਜਿਹੜੀਆਂ ਸਾਜ਼ਿਸ਼ਾਂ ਕੀਤੀਆਂ, ਉਹ ਵੀ ਪਤਾ। 26 ਜਨਵਰੀ ਨੂੰ ਜੋ ਕੁਛ ਹੈ ਉਹ ਵੀ ਪਤਾ।
ਮੰਤਰੀਆਂ ਦੀਆਂ ਮੀਟਿੰਗਾਂ ਹੋਣਗੀਆਂ, ਟੁੱਟਣੀਆਂ ਤੇ ਅਦਾਲਤਾਂ 'ਚ ਜਾ ਕੇ ਕਿਸਾਨਾਂ ਦੇ ਖਿਲਾਫ ਕੇਸ ਕਰਨੇ ਤੇ ਕਰਵਾਉਣੇ ਜੀ ਤੇ ਅੱਧੀ ਰਾਤ ਨੂੰ ਕਿਸਾਨਾਂ ਤੇ ਹਮਲਾ, ਉਹ ਵੀ ਸਾਨੂੰ ਪਤਾ। ਇੰਨਾ ਕੁਛ ਹੋਣ ਤੋਂ ਬਾਅਦ ਵੀ ਜੇ ਇਹ ਕਿਸਾਨ ਇਸ ਸੰਘਰਸ਼ ਵਿੱਚ 1 ਸਾਲ ਤੋਂ ਬਾਅਦ ਵੀ ਅੱਜ ਟਿਕੇ ਹੋਏ ਆ ਤੇ ਇਸ ਕਰਕੇ ਕਿ ਇਹਨਾਂ ਦੇ ਪੱਲੇ ਸੱਚ ਹੈ, ਸਿਰੜ ਹੈ। ਜੀ ਹੁਣ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਉਹ 3 ਕਾਨੂੰਨ ਵਾਪਸ ਲੈ ਲੈਣੇ ਆ। ਬੜੀ ਵਧੀਆ ਗੱਲ ਹੈ, ਕਿਸਾਨ ਇਸ ਗੱਲ ਦਾ ਸਵਾਗਤ ਕਰਦੇ ਆ, ਪਰ ਸਰਕਾਰ ਦੀ ਨੀਤੀ ਤੇ ਅਜੇ ਤੱਕ ਭਰੋਸਾ ਨਹੀਂ ਵੱਜ ਰਿਹਾ ਕਿ ਇਹ ਸੱਚਮੁੱਚ ਕਰ ਦੇਣਗੇ। ਜੇ ਇੰਨਾ ਕੰਮ ਹੀ ਕਰਨਾ ਸੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਦੇ ਲੀਡਰਾਂ ਨੂੰ ਸੱਦਦਾ ਕਿ ਬਹੁਤ ਹੋ ਗਈ, ਸਾਲ ਹੋ ਗਿਆ, ਤੁਸੀਂ ਆਓ ਮੇਰੇ ਕੋਲ ਇੱਕ ਚਾਹ ਦਾ ਕੱਪ ਪੀਂਦੇ ਹਾਂ। ਉੱਥੇ ਇਹਨਾਂ ਚਲੇ ਜਾਣਾ ਸੀ, ਉੱਥੇ ਬੈਠ ਕੇ ਕਹਿੰਦਾ ਕਿ ਤੁਸੀਂ ਆਪਣਾ ਹੱਥ ਨਹੀਂ ਛੱਡਿਆ, ਮੈਂ ਛੱਡਦਾ। ਅੱਜ ਤੋਂ ਇਹ 3 ਕਾਨੂੰਨ ਵਾਪਸ ਲੈਣ ਵਾਸਤੇ ਮੈਂ ਆਪਣੀ ਸਰਕਾਰ ਨੂੰ ਕਹਿ ਦਿੱਤਾ। ਜੀ ਜਿਹੜੀ ਗੱਲ ਸਾਰੇ ਦੇਸ਼ ਦੇ ਨਾਂ ਸੰਦੇਸ਼ ਦੇ ਰੂਪ ਵਿੱਚ ਟੀਵੀ ਸਕਰੀਨਾਂ ਉੱਤੇ ਖਲੋ ਕੇ ਸਾਹਮਣੇ ਪੇਸ਼ ਹੋ ਕੇ ਕੀਤੀ, ਇਹੋ ਗੱਲ ਆ 42 ਬੰਦੇ ਸੱਦ ਕੇ ਇਹਨਾਂ ਨਾਲ ਕਰ ਲੈਂਦਾ। ਐਡੀ ਕਿਹੜੀ ਗੱਲ ਸੀ? ਜੇ ਉਹ ਕੀਤੀ ਹੁੰਦੀ ਉਹਨੂੰ ਭਰੋਸੇ 'ਚ ਲੈ ਕੇ ਕਰ ਦਿੰਦਾ। ਉਸੇ ਦਿਨ ਹੀ ਸ਼ਾਮ ਤੱਕ ਇਹ ਜਕਾਰੇ ਛੱਡਦੇ ਛੱਡਦੇ ਤੇ ਨਾਅਰੇ ਲਾਉਂਦੇ ਲਾਉਂਦੇ ਪੰਜਾਬ ਨੂੰ ਆ ਜਾਂਦੇ। ਉਹਨੇ ਗੱਲ ਮੰਨਣ ਲੱਗਿਆਂ ਵੀ ਇਸ ਤਰ੍ਹਾਂ ਦਾ ਪ੍ਰਭਾਵ ਬਣਾਇਆ ਜਿੱਦਾਂ ਪੰਜਾਬੀ 'ਚ ਮੁਹਾਵਰਾ ਹੁੰਦਾ ਨਾ ਕਿ ਬੱਕਰੀ ਦੁੱਧ ਦਿੰਦੀ ਹੈ ਮਿੰਗਣਾ ਪਾ ਕੇ। ਇਹ ਪ੍ਰਭਾਵ ਨਹੀਂ ਸੀ ਬਣਾਉਣਾ ਚਾਹੀਦਾ। ਪ੍ਰਧਾਨ ਮੰਤਰੀ ਨੂੰ ਠੀਕ ਢੰਗ ਨਾਲ ਵਿਹਾਰ ਕਰਨਾ ਚਾਹੀਦਾ ਸੀ। ਆਪ ਨਹੀਂ ਸੀ ਕਰਨਾ, ਨਾ ਕਰਦਾ, ਆਪਣੇ ਗ੍ਰਹਿ ਮੰਤਰੀ ਤੋਂ ਕਰਵਾ ਦਿੰਦਾ। ਗ੍ਰਹਿ ਮੰਤਰੀ ਨੇ ਅੱਗੇ ਵੀ ਕਿਸਾਨਾਂ ਨਾਲ ਮੀਟਿੰਗ ਕੀਤੀ ਹੋਈ ਸੀ, ਇੱਕ ਵਾਰ ਉਹ ਕਰ ਲੈਂਦਾ ਕਿ ਉਹ ਕਹਿ ਦਿੰਦਾ ਜੀ ਪ੍ਰਧਾਨ ਮੰਤਰੀ ਜੀ ਤਾਂ ਨਹੀਂ ਸੀ ਮੰਨਦੇ, ਪਰ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਕਿਸਾਨਾਂ ਦਾ ਸਤਿਕਾਰ ਕਰਨਾ ਤੇ ਆ ਗੱਲ ਮੰਨੀ ਗਈ। ਸਾਰਾ ਕੁਝ ਹੀ ਮੁੱਕ ਜਾਂਦਾ। ਜਿਹੜਾ ਪ੍ਰਧਾਨ ਮੰਤਰੀ ਦਾ ਹਰ ਗੱਲ ਦੇ ਵਿੱਚ ਨਾਟਕੀ ਢੰਗ ਨਾਲ ਪੇਸ਼ ਹੋਣਾ, ਪੇਸ਼ ਕਰਨਾ, ਨਾਟਕੀ ਪੇਸ਼ ਹੋਣਾ, ਨਾਟਕੀ ਪੇਸ਼ ਕਰਨਾ, ਉਹਨੇ ਇਸ ਵੇਲੇ ਥੋੜ੍ਹਾ ਜਿਹਾ ਲੰਮਾ ਕਰਤਾ, ਨਹੀਂ ਤੇ ਹੁਣ ਨੂੰ ਇਹ ਸਭ ਕੁਝ ਖਤਮ ਹੋ ਸਕਦਾ। ਜੀ ਹੁਣ ਸਾਹਿਬ 26/11 ਹਮਲੇ ਦੀ ਵੀ ਗੱਲ ਕਰਨੀ ਆ, ਮੁੰਬਈ ਵਿੱਚ ਹੋਏ ਸੀਗੇ। ਇੰਨੇ ਸਾਲ ਹੋ ਗਏ ਆ, ਮਾਸਟਰਮਾਈਂਡ ਅਜੇ ਵੀ ਜੇਲ੍ਹਾਂ ਤੋਂ ਬਾਹਰ ਹੈ। ਦੂਸਰੇ ਪਾਸੇ ਇੱਕ ਤਹੱਵਰ ਰਾਣਾ ਹੈ, ਉਹਦੀ ਹਵਾਲਗੀ ਨਹੀਂ ਹੋਈ। ਕੀ ਕਹਿਣਾ ਚਾਹੋਗੇ? ਤਹੱਵਰ ਰਾਣਾ ਛੋਟਾ ਅੱਤਵਾਦੀ ਹੈ। ਹੂੰ, ਸਾਰੇ ਲੋਕ ਤਹੱਵਰ ਰਾਣੇ ਨੂੰ ਜਾਣਦੇ ਆ। ਅਸਲ ਗੱਲ ਇਹ ਆ ਕਿ ਜਿਹੜਾ ਮੁੰਬਈ ਦਾ ਦਹਿਸ਼ਤਗਰਦ ਹਮਲਾ 26/11 ਆਪਾਂ ਕਹਿੰਦੇ ਆ 26 ਨਵੰਬਰ ਨੂੰ ਹੋਇਆ ਸੀ 2008 'ਚ, ਪਾਕਿਸਤਾਨ ਤੋਂ ਆਏ ਕਿਸ਼ਤੀਆਂ ਦੇ ਉੱਤੇ ਚੜ੍ਹ ਕੇ ਉਹਨਾਂ ਨੇ ਆ ਕੇ ਹਮਲਾ ਕੀਤਾ। ਬਾਅਦ ਵਿੱਚ ਫੜੇ ਗਏ। ਪਾਕਿਸਤਾਨ ਦੀ ਸਰਕਾਰ ਪਹਿਲਾਂ ਮੁੱਕਰੀ। ਉਹਨਾਂ ਦਾ ਵਿਦੇਸ਼ ਮੰਤਰੀ ਭਾਰਤ ਵਿੱਚ ਉਦਣ ਬੈਠਾ ਸੀ। ਉਹਨੇ ਆਖਿਆ ਸਾਡੇ ਨਹੀਂ। ਸ਼ਾਮ ਤੱਕ ਪਾਕਿਸਤਾਨ ਦੇ ਟੀਵੀ ਚੈਨਲਾਂ ਨੇ ਉਹਨਾਂ 'ਚੋਂ ਜਿਹੜਾ ਇੱਕ ਮੁੰਡਾ ਜਿਉਂਦਾ ਫੜਿਆ ਗਿਆ ਸੀ, ਅਜਮਲ ਅਮਰਿਕ ਸਾਹਿਬ, ਉਹਦੇ ਬਾਪ ਦੀ ਇੰਟਰਵਿਊ ਵੀ ਦੇ ਦਿੱਤੀ ਕਿ ਸਾਨੂੰ ਇੰਨੇ ਪੈਸੇ ਦੇ ਕੇ ਸਾਡੇ ਮੁੰਡੇ ਨੂੰ ਫਲਾਣੇ ਫਲਾਣੇ ਅੱਤਵਾਦੀ ਲਿਖ ਕੇ ਗਿਆ ਸੀ ਤੇ ਸਾਡਾ ਮੁੰਡਾ। ਜੀ ਅਗਲੇ ਰਾਤ ਤੋਂ ਉਹਦੇ ਪਿੰਡ ਦੇ ਘੇਰੇ ਘੇਰੇ ਫੋਰਸ ਲਾਤੀ, ਲੋਕਾਂ ਦਾ ਉੱਥੇ ਵੜਨਾ ਬੰਦ ਕਰਤਾ। ਸਰਕਾਰ ਨੇ ਆਖਿਆ ਇੰਟਰਵਿਊ ਝੂਠੀ ਆ। ਭਾਰਤੀ ਚੈਨਲ ਤਾਂ ਨਹੀਂ ਸੀਗੇ, ਪਾਕਿਸਤਾਨੀ ਚੈਨਲ ਸਨ। ਕਹਿੰਦੇ ਇੰਟਰਵਿਊ ਝੂਠੀ ਆ, ਉੱਥੇ ਇਹੋ ਜਿਹਾ ਕੁਛ ਨਹੀਂ ਗਾ। 1 ਮਹੀਨਾ ਲਟਕਾਉਣ ਤੋਂ ਬਾਅਦ ਮੰਨ ਲਿਆ ਕਿ ਮੁੰਡੇ ਤਾਂ ਪਾਕਿਸਤਾਨੀ ਸੀ, ਪਰ ਨਾਨ ਸਟੇਟ ਐਕਟਰ ਸੀ। ਨਾਨ ਸਟੇਟ ਐਕਟਰ ਦਾ ਮਤਲਬ ਕਿ ਜੋ ਉਹਨਾਂ ਨੇ ਕੀਤਾ ਮਰਜ਼ੀ ਨਾਲ ਕੀਤਾ, ਇਹ ਐਕਟਿੰਗ ਸਰਕਾਰ ਦੇ ਕਹਿਣ ਤੇ ਨਹੀਂ ਕੀਤੀ। ਇੰਨੀ ਗੱਲ ਪਹਿਲੇ ਦਿਨ ਕਹਿ ਦਿੰਦੇ। ਜੀ ਦੂਸਰਾ ਪੱਖ ਕੀ ਹੈ? ਚਲਦੀ ਲੜਾਈ ਦੌਰਾਨ ਇੱਥੋਂ ਪਾਕਿਸਤਾਨ ਤੋਂ ਫੋਨ ਅਮਰੀਕਾ 'ਚ ਮਿਲਾ ਕੇ ਅਮਰੀਕਾ ਤੋਂ ਇੱਥੇ ਸੈਟਲਾਈਟ ਰਾਹੀਂ ਇਹਨਾਂ ਨਾਲ ਗੱਲਬਾਤ ਹੁੰਦੀ ਸੀ। ਔਰ ਸਾਡੇ ਮੀਡੀਆ ਵਾਲੇ ਵੀ ਏਡੇ ਕਚੱਜੇ ਨੇ ਕਿ ਲਾਈਵ ਕਵਰੇਜ ਵਿਖਾਉਂਦੇ ਸੀ। ਇੱਧਰੋਂ ਹੈਲੀਕਾਪਟਰ ਉਤਰਿਆ, ਉੱਧਰੋਂ ਕਮਾਂਡੋ ਉਤਰ ਰਹੇ ਨੇ, ਉਹ ਉੱਥੋਂ ਲਾਈਵ ਕਵਰੇਜ ਵੇਖ ਕੇ ਤੇ ਆਪਣੇ ਬੰਦਿਆਂ ਨੂੰ ਦੱਸਦੇ ਸੀ ਕਿ ਆਹ ਕੁਛ ਹੋ ਰਿਹਾ। ਉਹਨਾਂ ਬੰਦਿਆਂ ਕੋਲ ਅੰਦਰ ਫੋਨ ਸੀ। ਦੱਸ ਕੇ 1 ਹਫ਼ਤਾ ਲੜਾਈ ਕਰਾਈ ਗਈ, 166 ਬੰਦੇ ਮਰੇ। ਜੀ ਤੀਸਰਾ ਪੱਖ, ਉਹਦੇ ਤੋਂ ਬਾਅਦ ਇੱਕ ਬੰਦਾ ਫੜਿਆ ਗਿਆ ਜਾ ਕੇ ਡੈਨਮਾਰਕ ਵਿੱਚ ਅੱਤਵਾਦੀ ਵਾਰਦਾਤ ਕਰਵਾਉਂਦਾ। ਅਮਰੀਕੀ ਸੀ, ਗੋਰਾ ਸੀ, ਉਹਦਾ ਨਾਂ ਡੇਵਿਡ ਕੋਲਮੈਨ ਹੈਡਲੀ ਸੀ। ਫੜੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਉਹ ਅਮਰੀਕੀ ਨਹੀਂ, ਪਾਕਿਸਤਾਨੀ ਬਾਪ ਦਾ ਅਮਰੀਕੀ ਮਾਂ ਦਾ ਪੁੱਤ ਸੀ। ਉਹਦਾ ਅਸਲੀ ਨਾਂ ਦਾਊਦ ਗਿਲਾਨੀ ਸੀ। ਉਹਦਾ ਬਾਪ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਪ੍ਰੋਟੋਕੋਲ ਅਫਸਰ ਸੀ। ਉਹ ਇੱਕ ਸਾਜ਼ਿਸ਼ ਦੇ ਤਹਿਤ ਉੱਥੇ ਗਿਆ ਅਮਰੀਕਾ। ਉੱਥੇ ਜਾ ਕੇ ਪਹਿਲਾਂ ਉਹਨਾਂ ਦੀਆਂ ਖੁਫੀਆ ਏਜੰਸੀਆਂ ਦੀ ਮਦਦ ਕੀਤੀ, ਫਿਰ ਉਹਨਾਂ ਦੇ ਰਾਹੀਂ ਅਮਰੀਕਾ ਦੀ ਸਿਟੀਜ਼ਨਸ਼ਿਪ ਲਈ, ਫਿਰ ਈਸਾਈ ਬਣਿਆ। ਆਪਣਾ ਨਾਂ
ਦਾਊਦ ਗਿਲਾਨੀ ਤੋਂ ਬਦਲ ਕੇ ਡੇਵਿਡ ਕੋਲਮੈਨ ਰੱਖ ਲਿਆ ਤੇ ਹੈਡਲੀ ਉਹਦੀ ਮਾਂ ਦੇ ਪੇਕਿਆਂ ਦਾ ਸਰਨੇਮ ਸੀ ਉਹ ਵਰਤ ਲਿਆ। ਜੀ ਉਹ ਮੁੰਬਈ ਦੀਆਂ ਘਟਨਾਵਾਂ ਤੋਂ ਪਹਿਲਾਂ ਇੱਥੇ ਆਇਆ ਸੀ ਤੇ ਜਿਹੜਾ ਬਾਜ਼ਾਰ 'ਚੋਂ ਸਮਾਨ ਖਰੀਦਦਾ ਸੀ, ਛੋਟੇ-ਮੋਟੇ ਬਿੱਲ ਉਹਨਾਂ ਦੇ ਪਿੱਛੇ ਨਕਸ਼ੇ ਵਾਹ ਕੇ ਸਾਰੀ ਡਰਾਇੰਗ ਉਹਨੇ ਤਿਆਰ ਕੀਤੀ ਸੀ, ਜਿਹੜੀ ਲੈ ਕੇ ਅੱਤਵਾਦੀਆਂ ਨੇ ਸਾਰੇ ਹਮਲੇ ਕੀਤੇ। ਇਹ ਤਹੱਵਰ ਰਾਣਾ ਵੀ ਪਿੱਛੋਂ ਪਾਕਿਸਤਾਨੀ ਸੀ, ਇਹ ਕੈਨੇਡੀਅਨ ਨੈਸ਼ਨਲ ਸੀ, ਉਹ ਅਮਰੀਕੀ ਬਣ ਚੁੱਕਾ ਸੀ। ਇਹਨੂੰ ਉਹਨੇ ਵਰਤਿਆ। ਉਹਨੇ ਫੜੇ ਜਾਣ ਤੋਂ ਬਾਅਦ ਅਮਰੀਕਾ ਦੇ ਕੋਲ ਸਾਫ਼ ਹੀ ਕਹਿ ਦਿੱਤਾ ਜੀ ਮੈਨੂੰ ਤੇ ਪਾਕਿਸਤਾਨ ਦੀ ਚੁਣੀ ਹੋਈ ਸਰਕਾਰ ਦੀ ਇੱਕ ਸਰਕਾਰੀ ਏਜੰਸੀ, ਖੁਫੀਆ ਏਜੰਸੀ ISI ਦੇ 2 ਅਫਸਰਾਂ ਨੇ ਕਹਿ ਕੇ ਕਰਾਇਆ, ਕਿਉਂਕਿ ਕਾਨੂੰਨੀ ਏਜੰਸੀ ਸੀ, ਮੈਂ ਤੇ ਕਾਨੂੰਨੀ ਕੰਮ ਸਮਝ ਕੇ ਕਰਦਾ ਰਿਹਾ। ਨਾਲ ਉਹ ਵਾਅਦਾ ਮੁਆਫ ਬਣ ਗਿਆ। ਜਦੋਂ ਉਹਨੂੰ ਸਜ਼ਾ ਦਿੱਤੀ, ਜੱਜ ਨੇ ਆਖਿਆ ਤੇਰੀਆਂ ਕਰਤੂਤਾਂ ਜੋ ਆ ਤੂੰ ਫਾਂਸੀ ਟੰਗਣ ਦੇ ਕਾਬਲ ਆ, ਪਰ ਕਿਉਂਕਿ ਵਾਅਦਾ ਮੁਆਫ ਬਣ ਗਿਆ ਤੇ ਜਾਂਚ ਏਜੰਸੀਆਂ ਨੇ ਤੇਰੇ ਵਾਸਤੇ ਮੌਤ ਦੀ ਸਜ਼ਾ ਮੰਗੀ ਨਹੀਂ, ਇਸ ਕਰਕੇ ਮੈਂ ਤੈਨੂੰ ਦੇ ਨਹੀਂ ਸਕਦਾ, ਪਰ ਤੂੰ ਹੈ ਇਸ ਕਾਬਲ ਆ ਕਿ ਤੈਨੂੰ ਹੁਣੇ ਮਾਰਤਾ ਜਾਵੇ। ਉਹਦੇ ਨਾਲ ਦਾ ਤਹੱਵਰ ਰਾਣਾ ਕਦੇ ਫਸ ਗਿਆ, ਕਦੇ ਜ਼ਮਾਨਤ ਤੇ ਛੁੱਟ ਗਿਆ, ਕਦੇ ਕੁਛ। ਭਾਰਤ ਸਰਕਾਰ ਨੇ ਕੇਸ ਕੀਤਾ ਹੋਇਆ ਕਿ ਸਾਡਾ ਦੋਸ਼ੀ ਆ, ਉਹਦੇ ਕਹਿਣ ਤੇ ਭਾਰਤ ਆ ਕੇ ਇਹ ਵੀ ਅੱਤਵਾਦ ਦੀ ਉਹ ਸਭ ਤੋਂ ਵੱਡੀ ਵਾਰਦਾਤ ਵਾਸਤੇ ਤਿਆਰੀ ਕਰਵਾਉਂਦਾ ਰਿਹਾ। ਇਹ ਉਹਦਾ ਸਹਾਇਕ ਆ। ਵੱਡਾ ਪਾਪੀ ਦਾਊਦ ਗਿਲਾਨੀ ਉਰਫ ਡੇਵਿਡ ਕੋਲਮੈਨ ਹੈਡਲੀ ਆ ਤੇ ਉਹਦੇ ਬਾਪ ਪਾਕਿਸਤਾਨ 'ਚ ਬੈਠੇ ISI ਵਾਲੇ ਨੇ ਤੇ ਉਸ ਵਕਤ ਦਾ ਜਿਹੜਾ ਫੌਜ ਦਾ ਮੁਖੀ ਸੀ ਉਹ ਹੈ। ਇਹ ਉਹਨਾਂ 'ਚੋਂ ਤੀਜੇ ਥਾਂ ਚੌਥੇ ਥਾਂ ਵਾਲਾ ਹੈ, ਪਰ ਇਸ ਵੇਲੇ ਸਾਰਾ ਜ਼ੋਰ ਇਹਦੇ ਉੱਤੇ ਲੱਗ ਰਿਹਾ। ਛੱਡਣ ਦੇ ਕਾਬਲ ਇਹ ਵੀ ਨਹੀਂ ਜੀ ਕਿਉਂਕਿ ਜੋ ਕੁਝ ਕੀਤਾ ਡੇਵਿਡ ਕੋਲਮੈਨ ਹੈਡਲੀ ਤੇ ਇਹਨੇ ਦੋਵਾਂ ਨੇ ਰਲ ਕੇ ਕੀਤਾ। 166 ਲੋਕ ਮਾਰੇ ਗਏ, ਜਿਨ੍ਹਾਂ 'ਚ 16 ਵਿਦੇਸ਼ੀ ਸੀ, 150 ਸਾਡੇ ਭਾਰਤੀ ਸੀ। ਐਡੀ ਵੱਡੀ ਵਾਰਦਾਤ ਭਾਰਤ ਵਿੱਚ ਅੱਗੇ ਕਦੇ ਹੋਈ ਨਹੀਂ ਸੀ, ਉਦੋਂ ਬਾਅਦ ਹੋਈ ਨਹੀਂ। ਇਹ ਭਾਰਤੀਆਂ ਨੂੰ ਦੁੱਖ ਰਹੂਗਾ ਕਿ ਅਮਰੀਕਾ ਤੋਂ ਆ ਕੇ ਪਾਕਿਸਤਾਨੀ ਮੂਲ ਦੇ 2 ਬੰਦਿਆਂ ਨੇ ਕੀਤੀ ਸੀ। ਜੀ ਪਰ ਸਰ ਪਟਿਆਲਾ ਵਿੱਚ ਮੇਅਰ ਦੀ ਚੋਣ ਹੋਈ ਆ, ਉਸ ਤੋਂ ਬਾਅਦ ਰੌਲਾ ਬਹੁਤ ਪੈ ਗਿਆ। ਰੌਲਾ ਚੱਲਦੀ ਵਿੱਚ ਹੀ ਪੈ ਗਿਆ ਸੀ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ, ਦੂਜੇ ਪਾਸੇ ਨਾਲ ਖੜੇ ਹੋਣ ਵਾਲੇ ਕਦੀ ਬ੍ਰਹਮ ਮਹਿੰਦਰਾ। ਆਉਣ ਵਾਲੇ ਸਮੇਂ 'ਚ ਵੀ ਇਦਾਂ ਦਾ ਕੁਝ ਹੋ ਸਕਦਾ ਹੈ ਜਾਂ ਫਿਰ ਇੱਥੇ ਚੋਣ ਜਿਹੜੀ ਹੋ ਗਈ ਆ ਕੰਮ ਖਤਮ ਹੀ ਆ? ਜ਼ਮੀਨ ਤੋਂ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਦਾ ਫਾਸਲਾ 1.5 ਗਿੱਠ ਹੈ। 1.5 ਗਿੱਠ ਮੀਲਾਂ ਜਿੰਨੀ ਲੰਮੀ ਹੁੰਦੀ ਹੈ। ਜੀ ਮੰਜੀ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਭਾਵੇਂ ਦਾਲ ਗੰਢੇ ਨਾਲ ਚਾਰ ਨਾਲ ਰੋਟੀ ਖਾਂਦਾ ਹੋਵੇ, ਮੰਜੀ ਤੇ ਬੈਠਾ ਆਪਣੇ ਆਪ ਨੂੰ ਨਵਾਬ ਸਮਝਦਾ। ਜੀ ਸਾਹਮਣੇ ਭੁੰਜੇ ਬੈਠਾ ਮਜ਼ਦੂਰ ਰੋਟੀ ਖਾਂਦਾ, ਨੀਵੀਂ ਪਾ ਕੇ ਉਹ ਸੋਚੀ ਜਾਂਦਾ ਯਾਰ ਆ ਬਹੁਤ ਦਿਨ ਕਿੱਦਣ ਆਊ ਜਦੋਂ ਮੈਂ ਮੰਜੇ ਤੇ ਬੈਠ ਕੇ ਖਾਣ ਜੋਗਾ ਹੋਊਂਗਾ। ਜਿਹੜਾ ਬੰਦਾ ਕੁਰਸੀ ਤੇ ਹੁੰਦਾ ਬਾਕੀ ਸਾਰਿਆਂ ਨੂੰ ਕੀੜੇ ਮਕੌੜੇ ਸਮਝਦਾ, ਤੇ ਜਿਹੜਾ ਕੁਰਸੀ ਤੋਂ ਉਠਾ ਦਿੱਤਾ ਜਾਂਦਾ ਉਹਦੀ ਹਾਲਤ ਫਿਰ ਉਹ ਹੁੰਦੀ ਹੈ ਜਿਹੜੀ ਕੱਲ ਕੈਪਟਨ ਅਮਰਿੰਦਰ ਸਿੰਘ ਦੀ ਹੋਈ। ਉਹਦਾ ਆਪਣਾ ਸ਼ਹਿਰ ਹੋਵੇ, ਉਹਦੇ ਵੱਡੇ ਵਡੇਰਿਆਂ ਤੋਂ ਲੈ ਕੇ ਉਹਨਾਂ ਦੀ ਰਿਆਸਤ ਹੋਵੇ, ਜਿੰਨਾ ਚਿਰ ਦੀ ਹਕੂਮਤ ਸੀ ਅਮਰਿੰਦਰ ਸਿੰਘ ਨੂੰ ਛੱਡੋ, ਅਮਰਿੰਦਰ ਸਿੰਘ ਦੇ ਕਰਿੰਦੇ ਨਹੀਂ ਸੀ ਮਾਣ, ਕਿਸੇ ਨੂੰ ਟਕੇ ਸਿਰ ਨਹੀਂ ਸਮਝਦੇ। ਤੇ ਕੱਲ ਇਹ ਹਾਲਤ ਹੋਈ ਕਿ ਇਹਦਾ ਬਣਾਇਆ ਮੰਤਰੀ ਜਿਹੜਾ ਸੀ ਲੋਕਲ ਬਾਡੀਜ਼ ਦਾ ਬ੍ਰਹਮ ਮਹਿੰਦਰਾ, ਉਹਦੀ ਗੱਡੀ ਜਾ ਕੇ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ 'ਚ, ਮੇਅਰ ਦੇ ਦਫ਼ਤਰ ਅੱਗੇ ਪੋਰਚ ਵਿੱਚ ਖਲੋਤੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਉਹ ਪਿੱਛੇ ਖੜੀ ਕਰਵਾਈ ਆ ਤੇ ਕੈਪਟਨ ਜਾਂ ਸਾਬਕਾ ਮਹਾਰਾਜਾ ਜਾਂ ਸਾਬਕਾ ਮੁੱਖ ਮੰਤਰੀ ਦੇ ਤੌਰ ਤੇ ਨਹੀਂ, ਇੱਕ MLA ਦੇ ਤੌਰ ਤੇ, ਨਗਰ ਨਿਗਮ ਦੇ ਮੈਂਬਰ ਦੇ ਤੌਰ ਤੇ ਵੋਟ ਪਾਉਣ ਆ ਰਿਹਾ। ਜਦੋਂ ਆਇਆ ਤੇ ਗੇਟ ਤੇ ਪਹਿਲਾਂ ਇੱਕ ਐਸਆਈ ਨੇ ਰੋਕਤਾ, ਜੀ ਠਹਿਰ ਜਾਓ ਅੰਦਰੋਂ ਮੈਨੂੰ ਪਰਮਿਸ਼ਨ ਲੈ ਲੈਣ ਦਿਓ। ਫਿਰ ਥੋੜਾ ਅੱਗੇ ਗਿਆ ਤੇ ਇੱਕ ਸਬ ਇੰਸਪੈਕਟਰ ਨੇ ਰੋਕਤਾ, ਫਿਰ ਇੱਕ DSP ਨੇ ਕਿੰਨੀ ਦੇਰ ਰੋਕ ਛੱਡਿਆ, ਸਰ ਤੁਸੀਂ ਠਹਿਰ ਜਾਓ ਜੀ ਮੈਨੂੰ ਅੰਦਰੋਂ ਪੁੱਛ ਲੈਣ ਦਿਓ। 4-5 ਥਾਵਾਂ ਤੇ ਰੋਕ ਕੇ ਅੰਦਰ ਲੈ ਕੇ ਗਏ ਤੇ ਜਦੋਂ ਅੰਦਰ ਲਿਫਟ ਕੋਲ ਗਿਆ ਤੇ ਆਖਿਆ ਜੀ ਉਹ ਬਿਜਲੀ ਚਲੀ ਗਈ, ਲਿਫਟ ਖਰਾਬ ਹੋ ਗਈ, ਲਿਫਟ ਨਹੀਂ ਚੱਲ ਰਹੀ। ਅੱਧਾ ਘੰਟਾ ਲਿਫਟ ਕੋਲ ਖਲੋਤਾ ਰਿਹਾ, ਮੁੜ ਕੇ ਐਸ ਉਮਰ 'ਚ ਪੌੜੀਆਂ ਚੜ੍ਹ ਕੇ ਉੱਪਰ ਤੱਕ ਜਾਣਾ ਪਿਆ। ਤੇ ਫਿਰ ਉੱਥੇ ਮੀਟਿੰਗ ਦੇ ਵਿੱਚ ਜਿਹੜੀ ਇਹਦੀ ਹੂਟਿੰਗ ਹੁੰਦੀ ਚੱਲ ਰਹੀ, ਉਹ ਸਾਰੇ ਕੁਝ ਨੇ ਇਹਨੂੰ ਚੇਤਾ ਤੇ ਕਰਾਤਾ ਹੋਊ ਕਿ ਹੁਣ ਆਪਾਂ 1.5 ਗਿੱਠ ਥੱਲੇ ਹੋ ਗਏ ਹਾਂ। ਕੁਰਸੀ ਜਿਹੜੀ 1.5 ਗਿੱਠ ਉੱਚੀ ਸੀ, ਜੀ ਉਸ ਕੁਰਸੀ ਤੇ ਹੁੰਦਿਆਂ ਚੀਕੂ ਦਾ ਤੇ ਸੀਤਾਫਲ ਦਾ ਸਵਾਦ ਹੋਰ ਲੱਗਦਾ ਸੀ। ਹੁਣ ਜਦੋਂ ਲੋਕਾਂ ਚਾਹੀਏ ਤੇ ਇਦਾਂ ਹੁੰਦਾ। ਇਹਦੇ ਰਾਜ ਵਿੱਚ ਕਿਹੜੀ ਨਹੀਂ ਹੁੰਦੀ ਰਹੀ ਜੋ ਇਹਦੇ ਰਾਜ ਵਿੱਚ ਹੁੰਦੀ ਰਹੀ ਹੈ ਔਰ ਇਹਦੇ ਕਰਿੰਦੇ ਕਰਦੇ ਰਿਹਾ, ਉਹ ਅੱਜ ਦੂਸਰਿਆਂ ਦੇ ਰਾਜ ਵਿੱਚ ਇਹਦੇ ਨਾਲ ਹੁੰਦੀ ਪਈ ਹੈ। ਔਰ ਜਿਨ੍ਹਾਂ ਦੇ ਉੱਤੇ ਇਹਨੂੰ ਬੜਾ ਮਾਣ ਸੀ, ਇਹ ਪਤਾ ਨਾ ਵਿਗਾੜ ਪਿਆ। ਪ੍ਰਗਟ ਸਿੰਘ ਨੇ ਆਖਿਆ ਸੀ ਕਿ ਰਾਤ 11 ਵਜੇ ਮੈਨੂੰ ਕੈਪਟਨ ਸੰਦੀਪ ਨੇ ਆਖਿਆ
ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਖਿਆ ਪ੍ਰਗਟ ਨੂੰ ਠੋਕ ਦੇਣਾ। ਜਿਹੜਾ ਕੈਪਟਨ ਸੰਦੀਪ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਦੇ ਉੱਤੇ ਰਾਤ ਨੂੰ 11 ਵਜੇ ਫੋਨ ਕਰਕੇ ਸੁੱਤੇ ਪਏ ਪ੍ਰਗਟ ਨੂੰ ਉਠਾ ਕੇ ਧਮਕੀ ਦਿੰਦਾ ਸੀ, ਅੱਜ ਵੀ ਇਹਦੇ ਨਾਲ ਨਹੀਂ। ਜੀ ਜਿਹੜੇ ਬੰਦਿਆਂ ਦਾ ਇਤਿਹਾਸ ਵਿੱਚ ਖਾਨਦਾਨੀ ਹੈ ਰਿਕਾਰਡ ਕਿ ਉਹ ਅੱਜ ਤੱਕ ਕਦੇ ਕਿਸੇ ਗੁਰੂ ਪੀਰ ਨਾਲ ਵੀ ਨਹੀਂ ਨਿਭੇ, ਤੇ ਕੈਪਟਨ ਅਮਰਿੰਦਰ ਸਿੰਘ ਦੀ ਮੁੱਛ ਦਾ ਵਾਲ ਹੁੰਦੇ ਸੀ, ਉਹ ਵੀ ਅੱਜ ਦੇ ਨਾਲ ਨਹੀਂ। ਉਹ ਫਿਰ ਮੰਤਰੀ ਬਣੇ ਹੋਏ ਨਹੀਂ ਬਣੇ ਹੋਏ ਇਸ ਗੱਲ ਦੀ ਕੋਈ ਪਰਵਾਹ ਨਹੀਂ। ਮੁੱਖ ਮੰਤਰੀ ਨੂੰ ਸੱਦ ਕੇ ਆਪਣੇ ਹਲਕੇ 'ਚ ਗ੍ਰਾਂਟਾਂ ਵੀ ਲੈ ਰਹੇ, ਵੰਡ ਵੀ ਰਹੇ ਆ, ਉਹ ਵੀ ਇਹਦੇ ਨਾਲ ਨਹੀਂ ਖਲੋਤੇ। ਜੀ ਉਹ ਜਿਹੜਾ ਇੱਕ ਆਮ ਮੁਹਾਵਰਾ ਨਾ, ਬੰਦਾ ਮੁਸ਼ਕਲ 'ਚ ਹੋਵੇ ਤੇ ਪਰਛਾਵਾਂ ਵੀ ਸਾਥ ਛੱਡ ਜਾਂਦਾ। ਜਿਹੜੇ ਬੰਦੇ ਪਿਛਲੇ 40 50 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਰਛਾਵੇਂ ਵਾਂਗ ਹੁੰਦੇ ਸੀ, ਜਦੋਂ ਇਹ ਰਾਜ ਭਾਗ ਖੁੱਸ ਗਿਆ ਉਹ ਸਾਰੇ ਹੀ ਪਾਸਾ ਵੱਟ ਗਏ। ਤੇ ਹੁਣ ਅਮਰਿੰਦਰ ਸਿੰਘ ਸੋਚਦਾ ਤੇ ਹੋਊਗਾ ਕਿ ਕੱਚੀ ਯਾਰੀ ਲੱਡੂਆਂ ਦੀ ਲੱਡੂ ਮੁੱਕ ਗਏ, ਯਾਰਾਨੇ ਕੀ ਯਾਰ ਟੁੱਟ ਗਏ, ਸਭ ਪਾਸੇ ਖਲੋ ਗਏ। ਇੱਕ ਗੱਲ ਉਹ ਰੂਸ ਦੇ ਵਿੱਚ ਜਿਹੜਾ ਇਨਕਲਾਬ ਕਰਨ ਵਾਲਾ ਵਲਾਦੀਮੀਰ ਲੈਨਿਨ ਹੈ, ਉਹਨੇ ਆਖੀ ਸੀ ਕਿ ਇਹੋ ਜਿਹੇ ਯਾਰ ਵੀ ਹੁੰਦੇ ਆ, ਜੇ ਤੁਸੀਂ ਜਿੱਤਦੇ ਜਾਪੋ ਤੇ ਤੁਹਾਡੀ ਤਲਵਾਰ ਫੜ ਕੇ ਤੁਹਾਡੇ ਦੁਸ਼ਮਣ ਦਾ ਸਿਰ ਲਾਉਣ ਵਾਸਤੇ ਤੁਹਾਡੇ ਤੋਂ ਅੱਗੇ ਅੱਗੇ ਭੱਜਦੇ ਆ, ਜੀ ਪਰ ਜੇ ਤੁਸੀਂ ਹਾਰਦੇ ਜਾਪੋ ਤੇ ਦੁਸ਼ਮਣ ਦੀ ਤਲਵਾਰ ਫੜ ਕੇ ਆ ਕੇ ਤੁਹਾਡਾ ਸਿਰ ਵੀ ਲਾਉਣ ਨੂੰ ਤਿਆਰ ਹੋ ਸਕਦੇ ਆ, ਕਿਉਂਕਿ ਦੋਵੇਂ ਪਾਸੇ ਖੇਡਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਇੱਦਾਂ ਦੇ ਭੈੜੇ ਭੈੜੇ ਯਾਰ ਇਕੱਠੇ ਕੀਤੇ ਸੀ। ਇਸ ਵੇਲੇ ਉਹਦਾ ਵੀ ਸਾਥ ਛੱਡ ਗਿਆ ਤੇ ਹਾਲਤ ਉਹਦੀ ਮੀਰ ਤੱਕੀ ਮੀਰ ਦੇ ਉਸ ਸ਼ੇਰ ਵਰਗੀ। ਆਪਣੇ ਸ਼ਹਿਰ 'ਚ ਪਟਿਆਲੇ ਸ਼ਹਿਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਮੀਰ ਤੱਕੀ ਮੀਰ ਦੇ ਉਸ ਸ਼ੇਰ ਵਰਗੀ ਹੋਈ ਪਈ ਹੈ। ਫਿਰਤੇ ਹੈ ਮੀਰ ਖੁਆਰ, ਕੋਈ ਪੁੱਛਦਾ ਨਹੀਂ। ਇਕੱਲਿਆਂ ਬੈਠ ਕੇ ਸੋਚਦਾ ਤੇ ਹੋਊਗਾ ਕਿ ਆ ਵੀ ਦਿਨ ਆਪਣੇ ਤੇ ਆਉਣੇ ਸੀ, ਜੀ ਜਿਹੜੇ ਅੱਜ ਤੱਕ ਨਹੀਂ ਸੀ ਆਏ। ਉਸੇ ਪਟਿਆਲੇ ਜਿੱਥੇ ਰੋਹਬਦਾਬ ਸੀ, ਉੱਥੇ ਲਿਫਟ ਅੱਗੇ ਅੱਧਾ ਘੰਟਾ ਖਲੋ ਕੇ ਫਿਰ ਪੌੜੀਆਂ ਚੜ੍ਹਨੀਆਂ ਪੈ ਗਈਆਂ। ਜੀ ਯਾਰੀ ਪਈ ਤੇ ਲਗਾਤਾ ਬੂਹਾ, ਟੁੱਟੀ ਤੇ ਚਗਾਟ ਫੁੱਟਦੀ। ਪਰ ਸਾਹਿਬ ਅਗਲੀ ਖਬਰ ਵੱਲ ਵੱਧਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਵਰ ਏਅਰਪੋਰਟ ਦਾ ਉਦਘਾਟਨ ਕੀਤਾ, ਕਹਿੰਦੇ ਭਾਰਤ ਦਾ ਸਭ ਤੋਂ ਵੱਡਾ ਏਅਰਪੋਰਟ ਹੋਣਾ ਹੈ, ਕਿਵੇਂ ਦੇਖਦੇ ਹੋ? ਜਦੋਂ ਬਣੇਗਾ ਵੇਖ ਲਵਾਂਗੇ। ਵੈਸੇ ਇਹਦੀ ਲੋੜ ਸੀ। ਜੀ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਰਸ਼ ਜ਼ਿਆਦਾ ਪੈ ਜਾਂਦਾ। ਅੰਗਰੇਜ਼ਾਂ ਨੇ ਲੰਡਨ ਦੇ ਨਾਲ ਜਦੋਂ ਵੇਖਿਆ ਹਾਲਤ ਵਿਗੜ ਗਈ ਹੈ, ਇੱਥੇ ਇੰਨਾ ਰਸ਼ ਹੈ। ਮੈਂ ਲੰਡਨ ਦਾ ਏਅਰਪੋਰਟ ਵੇਖਿਆ ਨਵਜੀਤ ਜੀ, ਉੱਥੇ ਅੱਧਾ ਘੰਟਾ ਕਈ ਵਾਰੀ ਜਹਾਜ਼ ਨੂੰ ਉੱਪਰ ਚੱਕਰ ਲਾਉਣੇ ਪੈਂਦੇ, ਥੱਲੇ ਰਨਵੇ ਤੇ ਉਤਰਨ ਨੂੰ ਵਾਰੀ ਨਹੀਂ ਆਉਂਦੀ। ਕਈ ਵਾਰੀ ਇਹ ਆ ਵੀ ਉੱਪਰ ਚੱਕਰ ਲਾਉਂਦੇ ਜਿਹੜੇ ਜਹਾਜ਼ ਆ, ਇੱਕ 1000 ਮੀਟਰ ਦੀ ਹਾਈਟ ਤੇ ਜਾ ਰਿਹਾ, ਦੂਜਾ 2000 ਮੀਟਰ ਦੀ ਤੇ ਤੀਜਾ 3000 ਤੇ, ਔਰ ਸਰਕਲ ਵੀ ਦੋ ਬਣਾਏ, ਇੱਕ ਇੱਧਰ ਚੱਕਰ ਆ ਰਿਹਾ, ਇੱਕ ਇੱਧਰ। ਇੰਨੇ ਜਹਾਜ਼ ਉੱਤੇ ਘੁੰਮਦੇ ਆ, ਵਾਰੀ ਨਹੀਂ ਆ ਰਹੀ। ਜਦੋਂ ਉਤਰਨ ਲੱਗਦੇ ਆ ਤੇ ਇੱਕ ਲੈਂਡ ਕਰਦਾ ਪਿਆ ਹੁੰਦਾ, ਇੱਕ ਉਹਦੇ ਤੋਂ 5 ਕਿਲੋਮੀਟਰ ਸਾਹਮਣੇ ਪੂਰਾ ਜਹਾਜ਼ ਦਿਖਦਾ, ਇੱਕ ਉਹਦੇ ਪਿੱਛੇ 5 6 ਜਹਾਜ਼ਾਂ ਦੀ ਲਾਈਨ ਦਿਸਦੀ ਹੈ। ਉਹਦੇ ਤੋਂ ਬਾਅਦ ਇੱਕ ਉੱਥੇ ਆਪਣਾ ਗੈਟਵਿਕ ਦਾ ਏਅਰਪੋਰਟ ਬਣਾਇਆ, ਸਟੈਨਸਟੈਡ ਦਾ ਬਣਾਇਆ, ਉਹਨਾਂ ਨੇ ਵੀ ਬਣਾਏ ਨੇ। ਇੱਥੇ ਵੀ ਸਾਡਾ ਨਵੀਂ ਦਿੱਲੀ ਵਾਲਾ ਏਅਰਪੋਰਟ ਜਿਹੜਾ ਪਹਿਲਾਂ ਇੰਦਰਾ ਗਾਂਧੀ ਏਅਰਪੋਰਟ ਸੀਗਾ ਚੱਲਦਾ, ਇੰਟਰਨੈਸ਼ਨਲ ਏਅਰਪੋਰਟ, ਤੇ ਰਸ਼ ਬਹੁਤ ਹੋ ਗਿਆ। ਜਿਹੜੇ ਲੋਕ ਜਾਂਦੇ ਉਹਨਾਂ ਨੂੰ ਪਤਾ ਕੀ ਹਾਲਤ ਜੀ। ਹੁਣ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਅਗਲਿਆਂ ਦਿਨਾਂ 'ਚ ਰਸ਼ ਹੋਰ ਵਧਣਾ, ਇੱਕ ਏਅਰਪੋਰਟ ਹੋਰ ਚਾਹੀਦਾ। ਇਹ ਦਿੱਲੀ ਦੇ ਉਰਲੇ ਪਾਸੇ ਪੈਂਦਾ, ਉਹ ਦਿੱਲੀ ਦੇ ਪਰਲੇ ਪਾਸੇ। ਦਿੱਲੀ ਦੇ ਪਰੇ ਨਾਲ ਲੱਗਦਾ ਯੂਪੀ ਦਾ ਸ਼ਹਿਰ ਨੋਇਡਾ। ਨੋਇਡਾ, ਗਾਜ਼ੀਆਬਾਦ, ਇਹਨਾਂ ਸਾਰਿਆਂ ਤੋਂ ਪਰੇ ਚੜ੍ਹਦੇ ਵਾਲੇ ਪਾਸੇ ਨੂੰ 60 ਕਿਲੋਮੀਟਰ ਦੇ ਉੱਤੇ ਜਾ ਕੇ ਜੇਵਰ ਪਿੰਡ ਸੀਗਾ, ਉੱਥੇ ਬਣਾਉਣ ਲੱਗੇ ਆ। ਬਹੁਤ ਵੱਡਾ ਏਅਰਪੋਰਟ ਬਣ ਲੱਗਾ। ਜਦੋਂ ਬਣ ਗਿਆ ਤੇ ਦਿੱਲੀ ਦਾ ਰਸ਼ ਘਟਾਵੇਗਾ ਏਅਰਪੋਰਟ ਦਾ, ਤੇ ਉਹਦੇ ਨਾਲ ਦਿੱਲੀ ਨੂੰ ਵੀ ਫਾਇਦਾ ਹੋਵੇਗਾ, ਯੂਪੀ ਨੂੰ ਵੀ ਹੋਵੇਗਾ। ਪਰ ਉਹਦੇ ਨਾਲ ਸਰਨਾ ਨਹੀਂ। ਉਹਦੇ ਤੋਂ ਬਾਅਦ ਇੱਕ ਤੀਸਰਾ ਏਅਰਪੋਰਟ ਇੱਧਰ ਕਿਤੇ ਨਾ ਕਿਤੇ ਆ ਕਰਨਾਲ ਵਾਲੀ ਸਾਈਡ 'ਤੇ ਵੀ ਬਾਅਦ ਵਿੱਚ ਇਹਨਾਂ ਨੂੰ ਬਣਾਉਣਾ ਪੈ ਸਕਦਾ, ਕਿਉਂਕਿ ਰਸ਼ ਵੱਧ ਰਿਹਾ, ਲੋੜਾਂ ਵੱਧ ਰਹੀਆਂ ਨੇ। ਉਹਨਾਂ ਲੋੜਾਂ ਦੇ ਮੁਤਾਬਕ ਘੱਟੋ ਘੱਟ ਇੱਕ ਏਅਰਪੋਰਟ ਇਹਨਾਂ ਨੂੰ ਹੋਰ ਬਣਾਉਣਾ ਪੈ ਜਾਣਾ। ਜੀ ਹੁਣ ਸਾਹਿਬ ਵਿਪਾਸਨਾ ਇਨਸਾ ਤੇ PR ਜੈਨ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਹੋਏ ਸੀ, ਇਹਨਾਂ ਨੂੰ ਉੱਥੇ ਪਹੁੰਚੇ ਨਹੀਂ। ਹੁਣ ਜੇ ਪਹੁੰਚੇ ਨਹੀਂ ਤਾਂ ਅੱਗੇ ਕੀ ਹੋ ਸਕਦਾ? ਦੇਖੋ, ਇੱਕ ਵਿਸ਼ੇਸ਼ ਜਾਂਚ ਟੀਮ ਬਣੀ ਹੋਈ ਹੈ ਜਿਹੜੀ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਸਜ਼ਾ ਭੁਗਤਦੇ ਮੁਖੀ ਨੂੰ ਜਾ ਕੇ ਰਾਮ ਰਹੀਮ ਨੂੰ ਮਿਲ ਕੇ ਆਈ। ਇਹਨਾਂ ਨੇ ਸਵਾਲ ਪੁੱਛੇ
ਤੇਰੇ ਡੇਰੇ 'ਚ ਤੁਸੀਂ ਕਹਿੰਦੇ ਮੱਥਾ ਨਹੀਂ ਅਸੀਂ ਟਿਕਾਉਂਦੇ, ਤੇ ਤੁਹਾਡੇ ਕੋਲ ਇੰਨੀ ਜਾਇਦਾਦ, ਇੰਨੀ ਪ੍ਰਾਪਰਟੀ ਕਿੱਥੋਂ ਆ ਗਈ, ਨਾ ਪੈਸਾ ਕਿੱਥੋਂ ਆ ਗਿਆ? ਕਹਿੰਦਾ ਮੈਨੂੰ ਤੇ ਪਤਾ ਨਹੀਂ, ਮੈਂ ਮੈਨੇਜਮੈਂਟ ਨਹੀਂ ਕਰਦਾ। ਉਹਨਾਂ ਨੇ ਆਖਿਆ ਕਿ ਤੁਹਾਡੇ ਉੱਤੇ ਦੋਸ਼ ਲੱਗਦੇ ਆ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਾਇਆ, ਪਾੜ ਕੇ ਬੇਅਦਬੀ ਕੀਤੀ ਗਈ, ਅੱਡ ਅੱਡ ਥਾਵਾਂ ਤੇ ਖਿਲਾਰਿਆ ਗਿਆ। ਕਹਿੰਦਾ ਮੈਂ ਤਾਂ ਸੁਣਿਆ ਹੀ ਨਹੀਂ। ਉਹਨੇ ਆਖਿਆ ਤੈਨੂੰ ਕਿਹਨੇ ਦੱਸਿਆ? ਕਹਿੰਦੇ ਫਲਾਣੇ ਦਰਸ਼ਨ ਸੋ ਨੇ ਦੱਸਿਆ। ਉਹ ਕੌਣ ਹੈ? ਕਹਿੰਦੇ ਉਹ ਮੈਨੇਜਮੈਂਟ ਨੂੰ ਪਤਾ ਹੋਊਗਾ, ਮੈਨੂੰ ਤੇ ਪਤਾ ਹੀ ਕੋਈ ਨਹੀਂ, ਸਾਰਾ ਕੰਮ ਮੈਨੇਜਮੈਂਟ ਕਰਾਉਂਦੀ। ਮੈਨੇਜਮੈਂਟ ਦੀ ਚੇਅਰਪਰਸਨ ਆ ਵਿਪਾਸਨਾ ਇੰਸਾ। ਜੀ। ਜਦੋਂ ਬਾਬੇ ਨੂੰ ਪਹਿਲੀ ਵਾਰੀ ਦੋਸ਼ੀ ਕਰਾਰ ਦੇ ਕੇ ਜੇਲ੍ਹ 'ਚ ਭੇਜਿਆ ਗਿਆ ਤੇ ਰਾਤ ਨੂੰ 42 ਮੌਤਾਂ ਹੋਈਆਂ ਸਨ, ਬੰਦੇ ਮਾਰੇ ਗਏ ਸਨ ਦੰਗਾ ਫਸਾਦ ਕਰਕੇ। ਉਹਨਾਂ 'ਚੋਂ 29 ਪੰਚਕੂਲੇ 'ਚ ਜਿੱਥੇ ਅਦਾਲਤ ਲੱਗੀ ਸੀ ਉੱਥੇ ਮਾਰੇ ਗਏ, ਤੇ 13 ਕੁ ਸਿਰਸੇ 'ਚ ਮਾਰੇ ਗਏ ਸਨ। ਉਹਦੇ ਤੋਂ ਬਾਅਦ ਹਨੀਪ੍ਰੀਤ ਤੇ ਕਈ ਦਿਨ ਭੱਜੀ ਫਿਰਦੀ ਰਹੀ, ਬਾਅਦ 'ਚ ਲੱਭ ਗਈ। ਫਿਰ ਇਹਨੂੰ ਵੀ ਸੱਦਿਆ ਗਿਆ। ਇਹ ਗੱਲਾਂ ਬਾਤਾਂ ਕਰਕੇ ਟਾਲ ਆਈ ਸੀ ਵਿਪਾਸ਼ਨਾ ਇੰਸਾ। ਹੁਣ SIT ਕਹਿੰਦੀ ਹੈ ਪੇਸ਼ ਹੋ, ਜੇ ਸੱਚੀ ਸੁੱਚੀ ਹੈ ਇਹਦੇ ਮਨ 'ਚ ਕੋਈ ਕਾਲੂ ਨਹੀਂ, ਕੋਈ ਗਲਤ ਨਹੀਂ, ਤੇ ਪੇਸ਼ ਕਿਉਂ ਨਹੀਂ ਹੋ ਰਹੀ? ਜੀ। ਜਿਹੜਾ ਨਾਲ PR ਨੈਣ ਦੀਆਂ ਗੱਲਾਂ ਕਰਦੇ ਆ, ਉਹਦੇ ਬਾਰੇ ਗੱਲਾਂ ਉਦੋਂ ਵੀ ਚੱਲਦੀਆਂ ਸੀ। ਔਰ ਹੈਰਾਨੀ ਇਹ ਸੀ ਕਿ ਹਾਈ ਕੋਰਟ ਦੇ ਹੁਕਮ ਤੇ ਜਿਹੜੇ ਸਾਬਕਾ ਜੱਜ ਸਾਹਿਬ ਸਾਰੇ ਡੇਰੇ ਦੀ ਤਲਾਸ਼ੀ ਲੈਣ ਗਏ। ਰੌਲਾ ਉਦੋਂ ਹੀ ਪੈ ਗਿਆ ਸੀ ਕਿ ਜਿਹੜੇ ਬੰਦੇ ਦੇ ਉੱਤੇ ਸਾਰੇ ਦੋਸ਼ ਲੱਗਦੇ ਆ, ਉਹ ਜੱਜ ਸਾਹਿਬ ਦੇ ਨਾਲ ਖਲੋ ਕੇ ਤਲਾਸ਼ੀ ਕਰਾਉਂਦਾ ਪਿਆ। ਹੁਣ ਅੱਜ ਉਹਨੇ ਘੱਲਤਾ ਮੈਡੀਕਲ, ਉਹਨੇ ਕਿਹਾ ਜੀ ਮੈਂ ਪੇਸ਼ ਨਹੀਂ ਹੋ ਸਕਦਾ। ਬੱਕਰੇ ਦੀ ਮਾਂ ਕਿੰਨੇ ਕੁ ਦਿਨ ਖੈਰ ਮਨਾਵੇਗੀ? ਜੀ। ਹਾਲਾਤ ਜਿੱਧਰ ਨੂੰ ਜਾਂਦੇ ਪਏ ਆ, ਇਹ ਉਹ ਬੋਰਡ ਥੱਲੇ ਆਉਣਾ ਹੀ ਪੈਣਾ। ਬਹੁਤਾ ਚਿਰ ਭੱਜ ਨਹੀਂ ਸਕਦੇ। SIT ਕੋਲ ਪੇਸ਼ ਇਹਨਾਂ ਨੂੰ ਹੋਣਾ ਪੈ ਜਾਣਾ। SIT ਜਾਂਚ ਕਰਦੀ ਹੈ, ਕਰੇਗੀ। ਪੰਨੂ ਸਾਹਿਬ ਤੁਸੀਂ ਬਹੁਤ ਧੰਨਵਾਦ, ਤੁਹਾਡਾ ਖਬਰਾਂ ਤੇ ਚਰਚਾ ਕੀਤੀ ਹੈ। ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।